So students, here in this session, we are going to discuss cyclic photophosphorylation. Students, अपनी last video ਦੇ ਵਿੱਚ ਅਸੀਂ non-cyclic photophosphorylation ਕੀਤੀ। ਅਸੀਂ ਇੱਕ ਵਾਰੀ ਉਹਨੂੰ briefly ਦੇਖ ਲੈਂਦੇ ਹਾਂ। Photophosphorylation ਕੀ ਹੈ? Photo means light, phosphorylation means formation of ATP. So ATP ਦਾ ਬਣਨਾ using sunlight or energy of sunlight, right? Non-cyclic photophosphorylation ਜਿਹੜੀ ਹੈ ਉਹ ਥਾਇਲੇਕॉइड ਕਲੋਰੋਪਲਾਸਟ ਦਾ ਪਾਰਟ ਹੈ। ਥਾਇਲੇਕॉइड ਉਹਦੀ ਮੈਂਬਰੇਨ 'ਚ ਹੁੰਦੀ ਹੈ, ਰਾਈਟ। ਨੌਨ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਜਿਹੜੀ ਅਸੀਂ ਡਿਸਕਸ ਕਰ ਚੁੱਕੇ ਹਾਂ, ਉਹਦੇ ਵਿੱਚ ਦੋਨੋਂ ਫੋਟੋ ਸਿਸਟਮਸ ਯੂਜ਼ ਹੁੰਦੇ ਨੇ, ਫੋਟੋ ਸਿਸਟਮ 2 ਐਂਡ ਫੋਟੋ ਸਿਸਟਮ 1। ਠੀਕ ਹੈ, ਸਭ ਤੋਂ ਪਹਿਲਾਂ ਫੋਟੋ ਸਿਸਟਮ 2 ਦੇ ਵਿੱਚ ਜਦੋਂ ਸਨਲਾਈਟ ਪੈਂਦੀ ਹੈ, ਇਲੈਕਟ੍ਰੋਨ ਐਕਸਾਈਟ ਕਰਦੇ ਨੇ, ਇਲੈਕਟ੍ਰੋਨ ਐਕਸੈਪਟਰਸ ਉਹਨੂੰ ਐਕਸੈਪਟ ਕਰ ਲੈਂਦਾ। ਸਭ ਤੋਂ ਪਹਿਲਾ ਜਿਹੜਾ ਇਲੈਕਟ੍ਰੋਨ ਐਕਸੈਪਟਰ ਹੈ ਉਹਨੂੰ ਅਸੀਂ ਪ੍ਰਾਇਮਰੀ ਇਲੈਕਟ੍ਰੋਨ ਐਕਸੈਪਟਰ ਕਹਿੰਦੇ ਹਾਂ। ਐਂਡ ਫਰਦਰ ਇਲੈਕਟ੍ਰੋਨ ਕਿੱਥੇ ਪਹੁੰਚ ਜਾਂਦੇ ਨੇ? ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਔਰ ਇਲੈਕਟ੍ਰੋਨ ਟਰਾਂਸਪੋਰਟ ਚੇਨ, ਜਿਹਦੇ ਵਿੱਚ ਅਸੀਂ ਜਨਰਲੀ ਅਸੀਂ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਲਿਖਦੇ ਹਾਂ। ਇੱਥੇ 2-3 ਇਲੈਕਟ੍ਰੋਨ ਐਕਸੈਪਟਰਸ ਹੋਰ ਹੁੰਦੇ ਨੇ, ਪਲਾਸਟੋਕੁਇਨੋਨ, ਸਾਈਟੋਕ੍ਰੋਮ ਕੰਪਲੈਕਸ, ਪਲਾਸਟੋਸਾਇਨਿਨ। ਐਂਡ ਦੈਨ ਉਹ ਜਿਹੜੇ ਇਲੈਕਟ੍ਰੋਨ ਨੇ ਮੂਵ ਕਰ ਜਾਂਦੇ ਨੇ ਫੋਟੋ ਸਿਸਟਮ 1 ਕੋਲ। ਐਂਡ ਜਦੋਂ ਇਹ ਇਲੈਕਟ੍ਰੋਨ ਟਰਾਂਸਪੋਰਟ ਕਰ ਰਹੇ ਹੁੰਦੇ ਨੇ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਦੇ ਵਿੱਚ, ਤਾਂ ਉਦੋਂ ATP ਫਾਰਮੇਸ਼ਨ ਹੁੰਦੀ ਹੈ। ਦੈਨ ਫਰਦਰ ਇਲੈਕਟ੍ਰੋਨ ਫੋਟੋ ਸਿਸਟਮ 1 ਕੋਲ ਆ ਜਾਂਦੇ ਆ, ਸਨਲਾਈਟ ਫਾਲ ਕਰਦੀ, ਇਲੈਕਟ੍ਰੋਨ ਅਗੇਨ ਗੈਟ ਐਕਸਾਈਟਿਡ, ਪ੍ਰਾਇਮਰੀ ਇਲੈਕਟ੍ਰੋਨ ਐਕਸੈਪਟਰ ਇਲੈਕਟ੍ਰੋਨ ਨੂੰ ਐਕਸੈਪਟ ਕਰਦਾ ਹੈ ਅਗੇਨ ਟੂ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ। ਐਂਡ ਇੱਥੇ ਲਾਸਟ ਵਿੱਚ NAD+NADP+ ਇਜ਼ ਰਿਡਿਊਸ ਟੂ NADPH। ਠੀਕ ਹੈ, ਅਸੀਂ ਆਲਰੇਡੀ ਜਿਹੜੀ ਨੌਨ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਪੜ੍ਹ ਚੁੱਕੇ ਹਾਂ, ਔਰ ਅਸੀਂ ਇਹਦੇ ਵਿੱਚ ਇਹ ਵੀ ਪੜ੍ਹਿਆ ਕਿ ਨੌਨ ਸਾਈਕਲਿਕ ਪ੍ਰੋਸੈਸ ਹੈ। ਸਾਈਕਲਿਕ ਕੀ ਹੁੰਦਾ? ਜਿੱਥੋਂ ਜਿਹੜੀ ਚੀਜ਼ ਚੱਲੀ ਉੱਥੇ ਵਾਪਸ ਆਈ, ਬਟ ਇੱਥੇ ਵਾਪਸ ਨਹੀਂ ਆਈ ਇਲੈਕਟ੍ਰੋਨਸ, ਸੋ ਨੌਨ ਸਾਈਕਲਿਕ ਹੈ। ਇਹਨੂੰ ਅਸੀਂ Z ਸਕੀਮ ਵੀ ਕਹਿੰਦੇ ਹਾਂ। ਐਂਡ ਇੱਕ ਹੋਰ ਅਸੀਂ ਗੱਲ ਜਿਹੜੀ ਪੜ੍ਹ ਚੁੱਕੇ ਹਾਂ ਉਹ ਇਹ ਹੈ ਕਿ ਜਿਹੜੇ ਇਲੈਕਟ੍ਰੋਨ ਐਕਸਾਈਟ ਹੋ ਕੇ ਚਲੇ ਗਏ ਸੀ, ਉਹ ਇਲੈਕਟ੍ਰੋਨ ਦਾ ਜਿਹੜਾ ਲਾਸ ਹੈ ਉਹ ਪੂਰਾ ਕਿੱਦਾਂ ਹੁੰਦਾ? ਫੋਟੋਲਾਈਸਿਸ ਆਫ ਵਾਟਰ ਦੇ ਨਾਲ। ਜਦੋਂ ਵਾਟਰ ਬ੍ਰੇਕ ਕਰਦਾ ਹੈ 2 ਇਲੈਕਟ੍ਰੋਨਸ 2 ਪ੍ਰੋਟੋਨਸ ਜਾਂ 2 ਹਾਈਡਰੋਜਨ ਆਇਨਸ ਐਂਡ ਨੇਸੈਂਟ ਆਕਸੀਜਨ, 2 ਇਲੈਕਟ੍ਰੋਨ ਜਿਹੜੇ ਇੱਥੇ ਬਣੇ ਆ, ਉਹ ਇਸ ਲਾਸ ਜਿਹੜਾ ਲਾਸ ਪਹਿਲਾਂ ਹੋਇਆ ਸੀ ਉਹਨੂੰ ਪੂਰਾ ਕਰਦਾ। ਹਾਈਡਰੋਜਨ ਆਇਨਸ ਆਰ ਯੂਜ਼ਡ ਹੇਅਰ ਟੂ ਰਿਡਿਊਸ NADP+ ਟੂ NADPH ਐਂਡ ਆਕਸੀਜਨ ਜਿਹੜੀ ਉਹ ਰਿਲੀਜ਼ ਹੋ ਜਾਂਦੀ ਹੈ। ਜਿਹੜਾ ਅਸੀਂ ਅੱਜ ਟੌਪਿਕ ਡਿਸਕਸ ਕਰਨਾ ਉਹ ਹੈ ਸਾਡੇ ਕੋਲ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ। ਹੁਣ ਅਸੀਂ ਇਹ ਦੇਖਣਾ ਹੈ ਕਿ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਕਿੱਥੇ ਹੁੰਦੀ ਹੈ। ਇਟ ਟੇਕਸ ਪਲੇਸ ਇਨ ਸਟ੍ਰੋਮਾ ਲੈਮੇਲੀ, ਜਿਹੜੇ ਉਹ ਗ੍ਰੈਨਾ ਨੂੰ ਜੋੜਦੇ ਹੈ। ਅਸੀਂ ਕਲੋਰੋਪਲਾਸਟ ਦੇ ਸਟਰਕਚਰ 'ਚ ਕੀਤਾ। ਇਹ ਦੇਖੋ, ਦੀਜ਼ ਆਰ ਦਾ ਗ੍ਰੈਨਾ, ਇਹ ਗ੍ਰੈਨਾ ਨੂੰ ਜੋੜ ਕੌਣ ਰਹੇ? ਆ ਦੇਖੋ, these are the stromal lamellas। ਸੋ ਨੌਨ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਜਿਹੜੀ ਹੈ ਉਹ ਸਾਡੇ ਕੋਲ ਕਿੱਥੇ ਹੁੰਦੀ ਹੈ? ਸਟ੍ਰੋਮਲ ਲੈਮੇਲੀ ਦੇ ਵਿੱਚ, ਰਾਈਟ। ਉਸ ਤੋਂ ਬਾਅਦ ਨੈਕਸਟ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਡਿਸਕਸ ਕਰਨ ਵਾਲੀ ਇਹ ਹੈ ਕਿ ਜਿਹੜੀ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਹੁੰਦੀ ਹੈ ਉਹ ਇੱਕ ਸਾਈਕਲਿਕ ਪ੍ਰੋਸੈਸ ਹੈ। ਸਾਈਕਲਿਕ ਪ੍ਰੋਸੈਸ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਚੀਜ਼ ਜਿੱਥੋਂ ਸਟਾਰਟ ਹੁੰਦੀ ਹੈ ਸਾਈਕਲ ਕੰਪਲੀਟ ਕਰਕੇ ਉੱਥੇ ਵਾਪਸ ਆਉਂਦੀ ਹੈ। ਆਪਾਂ ਹੁਣੇ ਦੇਖਾਂਗੇ ਕਿਵੇਂ ਸਾਈਕਲਿਕ ਹੈ। ਸੋ ਇੱਕ ਇੰਪੋਰਟੈਂਟ ਗੱਲ ਹੋਰ ਇੱਥੇ ਮਾਈਂਡ 'ਚ ਰੱਖਣ ਵਾਲੀ ਹੈ, ਇਨ ਕੇਸ ਆਫ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਓਨਲੀ ਫੋਟੋ ਸਿਸਟਮ 1 ਇਜ਼ ਰਿਕੁਆਇਰਡ। ਕਿਹੜਾ ਫੋਟੋ ਸਿਸਟਮ ਰਿਕੁਆਇਰ ਹੈ? ਓਨਲੀ ਫੋਟੋ ਸਿਸਟਮ 1 ਇਜ਼ ਰਿਕੁਆਇਰਡ। ਠੀਕ ਹੈ, ਨੈਕਸਟ ਸਭ ਤੋਂ ਪਹਿਲਾਂ ਕੀ ਹੁੰਦਾ? ਦਿਸ ਇਜ਼ ਰਿਐਕਸ਼ਨ ਸੈਂਟਰ ਆਫ ਫੋਟੋ ਸਿਸਟਮ 1। ਫੋਟੋ ਸਿਸਟਮ 1 ਦਾ ਰਿਐਕਸ਼ਨ ਸੈਂਟਰ ਸੇਮ ਕਲੋਰੋਫਿਲ A। ਮੈਕਸਿਮਮ ਲਾਈਟ ਐਬਜ਼ੋਰਪਸ਼ਨ ਕਿਹੜੇ ਨੈਨੋਮੀਟਰ 'ਤੇ ਹੁੰਦੀ? 700 ਨੈਨੋਮੀਟਰ। ਸੋ ਸਨਲਾਈਟ ਫਾਲ ਕਰਦੀ ਹੈ। ਦਿਸ ਇਜ਼ ਰਿਐਕਸ਼ਨ ਸੈਂਟਰ। ਮੇਜਰ ਜਿਹੜੀ ਪਿਗਮੈਂਟ ਹੈ ਫੋਟੋਸਿੰਥੇਸਿਸ 'ਚ ਹੈਲਪ ਕਰਦੀ, ਦੈਟ ਇਜ਼ ਕਲੋਰੋਫਿਲ A। ਦੀਜ਼ ਆਰ ਦਾ ਐਕਸੈਸਰੀ ਪਿਗਮੈਂਟਸ। ਐਕਸੈਸਰੀ ਪਿਗਮੈਂਟਸ ਕੌਣ ਕੌਣ ਹੈ? ਕਲੋਰੋਫਿਲ B, ਆਪਣਾ ਕਲੋਰੋਫਿਲ B ਹੈ, ਜ਼ੈਂਥੋਫਿਲਸ ਨੇ ਸਾਡੇ ਕੋਲ, ਕੈਰੋਟੀਨੋਇਡਸ ਨੇ। ਦੀਜ਼ ਆਰ ਦਾ ਐਕਸੈਸਰੀ ਪਿਗਮੈਂਟ, ਜ਼ੈਂਥੋਫਿਲ, ਕੈਰੋਟੀਨੋਇਡਸ, ਕਲੋਰੋਫਿਲ B। ਸੋ ਦੀਜ਼ ਐਕਸੈਸਰੀ ਪਿਗਮੈਂਟਸ ਐਕਸੈਪਟ એનર્ਜੀ, ਜਿਹੜੀ ਸਨਲਾਈਟ ਤੋਂ ਫਾਲ ਕਰੀ એનર્ਜੀ ਲੈਂਦੇ ਨੇ। ਕਲੋਰੋਫਿਲ A ਵੀ એનર્ਜੀ ਲੈਂਦਾ। ਇਹ ਜਿਹੜੀ ਐਕਸੈਸਰੀ ਪਿਗਮੈਂਟ એનર્ਜੀ ਲੈਂਦੇ ਨੇ, ਸਾਰੀ એનર્ਜੀ ਕਿਹਨੂੰ ਦੇ ਦਿੰਦੇ? ਕਲੋਰੋਫਿਲ A ਨੂੰ। ਸੋ ਜਦੋਂ એનર્ਜੀ ਗੇਨ ਕਰ ਲੈਂਦਾ ਹੈ ਕਲੋਰੋਫਿਲ A ਮੇਜਰ ਪਿਗਮੈਂਟ, ਸੋ 2 ਇਲੈਕਟ੍ਰੋਨਸ ਗੈਟ ਐਕਸਾਈਟਿਡ ਦਾ ਮਤਲਬ ਹੁੰਦਾ ਫਰੋਮ ਲੋਅਰ એનર્ਜੀ ਲੈਵਲ ਟੂ ਹਾਇਰ એનર્ਜੀ ਲੈਵਲ 'ਤੇ ਮੂਵ ਕਰਨਾ। ਸੋ ਜਦੋਂ ਇਲੈਕਟ੍ਰੋਨ ਐਕਸਾਈਟ ਕਰ ਜਾਂਦੇ ਨੇ, ਸਭ ਤੋਂ ਪਹਿਲਾ ਜਿਹੜਾ ਇਲੈਕਟ੍ਰੋਨ ਐਕਸੈਪਟ ਕਰਦਾ, ਦੈਟ ਇਜ਼ ਕਾਲਡ ਐਜ਼ ਪ੍ਰਾਇਮਰੀ ਇਲੈਕਟ੍ਰੋਨ ਐਕਸੈਪਟਰ।
ਉਸ ਤੋਂ ਬਾਅਦ ਉਹ ਦੋ ਇਲੈਕਟ੍ਰੋਨ ਅਗੇਨ ਟਰਾਂਸਫਰਸ ਟੂ ਦਾ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਜਾਂ ਇਲੈਕਟ੍ਰੋਨ ਟਰਾਂਸਪੋਰਟ ਚੇਨ। ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਜਿਹੜੀ ਅਸੀਂ ਜਨਰਲੀ ਲਿਖ ਦਿੰਦੇ ਹਾਂ, ਅਤੇ ਇਹਦੇ ਵਿੱਚ ਆ ਦੇਖੋ ਇੱਥੇ ਜਿਵੇਂ 4 ਇਲੈਕਟ੍ਰੋਨ ਐਕਸੈਪਟਰਸ ਨੇ, ਸੋ ਕੱਲਾ ਕੱਲਾ ਲਿਖਣ ਦੀ ਬਜਾਏ ਅਸੀਂ ਕਲੈਕਟਿਵਲੀ ਲਿਖਦੇ ਨੇ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਔਰ ਇਲੈਕਟ੍ਰੋਨ ਟਰਾਂਸਪੋਰਟ ਚੇਨ। ਸੋ ਜਦੋਂ ਇਲੈਕਟ੍ਰੋਨ ਇਸ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ 'ਚੋਂ ਲੰਘ ਰਹੇ ਹੁੰਦੇ ਆ, ਅਗੇਨ ਹੇਅਰ ATP is synthesized from ADP and inorganic phosphate। ਫੋਟੋਫਾਸਫੋਰਾਈਲੇਸ਼ਨ ਹੈ ਨਾ, ਬਣ ਰਿਹਾ ਨਾ ATP, ਦੋਨਾਂ 'ਚ ਬਣਦਾ, ਨॉन ਸਾਈਕਲਿਕ 'ਚ ਵੀ ਤੇ ਸਾਈਕਲਿਕ। ਹੇਅਰ 2 molecules of ATP are synthesized। ਓਕੇ, ਹੋ ਗਿਆ, ATP ਬਣ ਗਿਆ। ਜਿਹੜੇ ਇਲੈਕਟ੍ਰੋਨ ਇਸ ਚੇਨ 'ਚੋਂ ਲੰਘੇ ਸੀ ਉਹ ਵਾਪਿਸ ਕਿੱਥੇ ਆ ਗਏ? ਅਗੇਨ ਟੂ ਦਾ ਰਿਐਕਸ਼ਨ ਸੈਂਟਰ। ਤੁਸੀਂ ਇੱਕ ਚੀਜ਼ ਧਿਆਨ ਨਾਲ ਦੇਖੋ, ਸਾਈਕਲ ਕੰਪਲੀਟ ਹੋ ਗਿਆ, ਇਲੈਕਟ੍ਰੋਨ ਵਾਪਿਸ ਆ ਗਏ, ਜਿਹੜਾ ਇਲੈਕਟ੍ਰੋਨ ਦਾ ਲਾਸ ਹੋਇਆ ਸੀ ਪੂਰਾ ਹੋ ਗਿਆ। ਜਦ ਕਿ ਜਦੋਂ ਅਸੀਂ ਨॉन ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਪੜ੍ਹਦੇ ਹਾਂ, ਇਲੈਕਟ੍ਰੋਨ ਜਦੋਂ ਐਕਸਾਈਟ ਹੋ ਕੇ ਚੱਲ ਜਾਂਦੇ ਵਾਪਿਸ ਨਹੀਂ ਆਉਂਦੇ, ਨॉन ਸਾਈਕਲਿਕ ਹੈ ਨਾ। ਫਿਰ ਇਲੈਕਟ੍ਰੋਨ ਪੂਰੇ ਕਿੱਦਾਂ ਹੁੰਦੇ? ਜਿਹੜੇ ਲਾਸ ਹੋਏ ਸੀ ਬਾਏ ਫੋਟੋਲਾਈਸਿਸ ਆਫ ਵਾਟਰ। ਅਸੀਂ ਆਲਰੇਡੀ ਡਿਸਕਸ ਕਰ ਚੁੱਕੇ, ਡਿਫਰੈਂਸ ਹੈ ਸਾਈਕਲਿਕ ਤੇ ਨॉन। ਸੋ ਹੇਅਰ ਦੇयर इज़ नो ਨੀਡ ਆਫ ਫੋਟੋਲਾਈਸਿਸ ਆਫ ਵਾਟਰ, ਕਿਉਂਕਿ ਨਾ ਤਾਂ NADPH ਦੀ ਕੋਈ ਰਿਡਕਸ਼ਨ, NADP+ ਦੀ ਕੋਈ ਰਿਡਕਸ਼ਨ ਸ਼ੋ ਹੋ ਰਹੀ ਹੈ, ਨਾ ਇਲੈਕਟ੍ਰੋਨਸ ਦੀ ਲੋੜ ਹੈ ਅਗੇਨ ਕਿ ਅਸੀਂ ਉਹਨੂੰ ਦਈਏ ਫੋਟੋ ਸਿਸਟਮ ਨੂੰ, ਆਪੇ ਵਾਪਿਸ ਆ ਰਹੇ ਹੈ। ਸਾਈਕਲਿਕ ਪ੍ਰੋਸੈਸ ਹੈ ਨਾ। ਸੋ ਦਿਸ ਇਜ਼ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ। ਸੋ ਇੱਥੇ ਦੇਖ ਲਓ ਸਾਡੇ ਕੋਲ 4 ਇਲੈਕਟ੍ਰੋਨ ਐਕਸੈਪਟਰਸ ਨੇ ਜਿਹੜੇ ਇਸ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਦੇ ਵਿੱਚ ਨੇ। FD ਫੈਰੀਡੋਕਸਿਨ, PQ ਪਲਾਸਟੋਕਿਨੋਨ, CY ਸਾਈਟੋਕ੍ਰੋਮ ਕੰਪਲੈਕਸ, PC ਪਲਾਸਟੋਸਾਈਨਿਨ। ਇਹ 3 ਅਸੀਂ ਨॉन ਸਾਈਕਲਿਕ 'ਚ ਵੀ ਪੜ੍ਹੇ ਨੇ, ਸਾਈਕਲਿਕ 'ਚ 4 ਨੇ। देयर आर 4 ਇਲੈਕਟ੍ਰੋਨ ਐਕਸੈਪਟਰਸ ਜਿਹੜੇ ਇਲੈਕਟ੍ਰੋਨ ਨੂੰ ਐਕਸੈਪਟ ਕਰਦੇ, 1 ਸਟੈਪ 2 ਸਟੈਪ 3 ਸਟੈਪ 4 ਸਟੈਪ। ਸੋ ਇਲੈਕਟ੍ਰੋਨ ਚੱਲਦੇ ਰਹਿੰਦੇ ਆ। ਸੋ ਮੇਜਰਲੀ ਅਸੀਂ ਕੀ ਓਬਜ਼ਰਵ ਕੀਤਾ ਸੀ? ਇਹ ਓਬਜ਼ਰਵ ਕੀਤਾ ਹੈ ਕਿ ਜਿਹੜਾ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਉਹਦੇ 'ਚ ਇੱਕ ਤਾਂ ਇੱਕੋ ਹੀ ਫੋਟੋ ਸਿਸਟਮ ਇਨਵੋਲਵ ਹੈ, 1 ਦੇਖੋ ਸਿਰਫ ਇੱਕ। ਜਦ ਕਿ ਨॉन ਸਾਈਕਲਿਕ ਦੇ ਵਿੱਚ ਅਸੀਂ ਕੀ ਦੇਖਿਆ ਸੀ? देयर वर 2 ਫੋਟੋ ਸਿਸਟਮ ਇਨਵੋਲਵਡ, 2 ਵੀ ਤੇ 1 ਵੀ, ਰਾਈਟ। ਸੋ ਹੇਅਰ ਅਨਦਰ ਥਿੰਗ, ਨੋ ਫੋਟੋਲਾਈਸਿਸ ਆਫ ਵਾਟਰ। ਇੱਥੇ ਵਾਟਰ ਦੀ ਫੋਟੋਲਾਈਸਿਸ ਨਹੀਂ ਹੋ ਰਹੀ। ਕਿਉਂ ਹੋਏਗੀ ਵਾਟਰ ਦੀ ਫੋਟੋਲਾਈਸਿਸ? ਕਿਉਂਕਿ ਵਾਟਰ ਦੀ ਫੋਟੋਲਾਈਸਿਸ ਤਾਂ ਹੁੰਦੀ ਹੈ ਜਦੋਂ ਇਲੈਕਟ੍ਰੋਨ ਵਾਪਿਸ ਨਹੀਂ ਆਉਂਦੇ। ਸੋ ਇਲੈਕਟ੍ਰੋਨ ਨੂੰ ਪੂਰਾ ਕਰਨ ਦੇ ਲਈ ਫੋਟੋਲਾਈਸਿਸ ਆਫ ਵਾਟਰ ਹੁੰਦੀ। ਸੋ ਹੇਅਰ ਦੇयर इज़ नो ਰਿਕੁਆਇਰਮੈਂਟ ਆਫ ਫੋਟੋਲਾਈਸਿਸ ਆਫ ਵਾਟਰ। ਦੈਨ ATP ਹੀ ਬਣਦਾ, NADPH ਨਹੀਂ ਬਣ ਰਿਹਾ। ਸੋ ਨਾ ਇਸੀ ਕਰਕੇ ਫੋਟੋਲਾਈਸਿਸ ਆਫ ਵਾਟਰ ਦੀ ਲੋੜ ਨਹੀਂ ਹੈ, ਬਿਕੋਜ਼ ਉਹਦੇ ਨਾਲ ਇਲੈਕਟ੍ਰੋਨ ਜਿਹੜੇ ਮਿਲਦੇ ਨੇ ਉਹ ਇਲੈਕਟ੍ਰੋਨ ਪੂਰੇ ਹੋ ਜਾਂਦੇ ਆ। ਪ੍ਰੋਟੋਨ ਜਿਹੜੇ ਨਿਕਲਦੇ ਨੇ ਜਾਂ ਹਾਈਡਰੋਜਨ ਆਇਨ ਨਿਕਲਦੇ ਨੇ ਉਹ ਰਿਡਕਸ਼ਨ ਕਰਾਉਂਦੇ ਆ NADP+ ਦੀ NADPH2 'ਚ। ਸੋ ਇੱਥੇ ਤਾਂ ਲੋੜ ਹੀ ਨਹੀਂ ਹੈ। ਸੋ these are the major differences between cyclic and non-cyclic photofosphorylation, right? ਸੋ ਅਸੀਂ ਫਿਰ ਵੀ ਇੱਥੇ ਇੱਕ ਵਾਰੀ ਇਨ ਸ਼ਾਰਟ ਸਾਈਕਲਿਕ ਤੇ ਨॉन ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਦਾ ਡਿਫਰੈਂਸ ਜਿਹੜਾ ਹੈ 1 ਬਾਏ 1 ਕਰਕੇ ਡਿਸਕਸ ਕਰ ਲੈਂਦੇ ਹਾਂ। ਦੇਖੋ ਅਸੀਂ ਸਭ ਤੋਂ ਜਿਹੜੀ ਤੁਸੀਂ ਇੰਪੋਰਟੈਂਟ ਡਿਫਰੈਂਸ ਦੇਖਿਆ ਦੋਨੋਂ ਵੀਡੀਓਜ਼ ਦੇਖ ਕੇ, ਇੰਪੋਰਟੈਂਟ ਡਿਫਰੈਂਸ ਅਸੀਂ ਕੀ ਦੇਖਿਆ, ਜਿਹੜੇ ਮੇਰੇ ਮਾਈਂਡ 'ਚ ਪਹਿਲੀ ਗੱਲ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ ਇਹਦੇ ਵਿੱਚ ਜਿਹੜੀ ਸਾਈਕਲਿਕ ਜਿਹੜਾ ਹੁਣੇ ਅਸੀਂ ਪ੍ਰੋਸੈਸ ਕਰਕੇ ਆਏ ਹਾਂ, ਮੈਂ ਇਹਦੇ ਵਿੱਚ ਫਸਟ ਡਿਫਰੈਂਸ ਲਿਖੂੰਗੀ ਕਿ ਫੋਟੋ ਸਿਸਟਮ 1 ਇਜ਼ ਇਨਵੋਲਵਡ। ਇਹਦੇ ਵਿੱਚ ਸਿਰਫ ਇੱਕ ਹੀ ਫੋਟੋ ਸਿਸਟਮ ਇਨਵੋਲਵਡ ਹੈ, ਦੈਟ ਇਜ਼ ਫੋਟੋ ਸਿਸਟਮ 1। ਵੇਅਰ ਐਜ਼ ਨॉन ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਦੇ ਵਿੱਚ ਬੋਥ PS1 ਐਂਡ PS2 ਆਰ ਇਨਵੋਲਵਡ। ਠੀਕ ਹੈ ਜੀ। ਅਸੀਂ ਆਲਰੇਡੀ ਨॉन ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਆਪਣੀ ਲਾਸਟ ਵੀਡੀਓ 'ਚ ਕੀਤੀ, ਅਸੀਂ ਦੇਖਿਆ ਉਹਦੇ 'ਚ ਦੋਨੋਂ ਫੋਟੋ ਸਿਸਟਮਸ ਵਰਕ ਕਰਦੇ ਨੇ, ਪਹਿਲਾਂ 2 ਕਰਦਾ ਫਿਰ 1 ਕਰਦਾ। ਇੰਪੋਰਟੈਂਟ ਜਿਹੜਾ ਸੈਕਿੰਡ ਡਿਫਰੈਂਸ ਮੇਰੇ ਮਾਈਂਡ ਦੇ ਵਿੱਚ ਆਉਂਦਾ ਉਹ ਇਹ ਆਉਂਦਾ ਕਿ ਜਿਹੜੀ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਹੈ ਉਹ ਇੱਕ ਸਾਈਕਲਿਕ ਪ੍ਰੋਸੈਸ ਹੈ, ਉਹਦੇ 'ਚ ਇਲੈਕਟ੍ਰੋਨ ਐਕਸਾਈਟ ਹੋ ਕੇ ਜਾਂਦੇ ਆ ਫਿਰ ਵਾਪਿਸ ਆ ਜਾਂਦੇ ਆ। देयर इज़ नो नीड ऑफ या नो रिक्वायरमेंट ऑफ ਅਸੀਂ ਕਹਿ ਸਕਦੇ ਹਾਂ ऑफ इलैक्ट्रॉन्स फ्रॉम ਜਿਹੜੇ ਇਲੈਕਟ੍ਰੋਨ ਆ ਰਹੇ ਕਿੱਥੋਂ ਆ ਰਹੇ, ਕਿਸੇ ਐਕਸਟਰਨਲ ਸੋਰਸ ਤੋਂ। नो ਰਿਕੁਆਇਰਮੈਂਟ ਆਫ ਇਲੈਕਟ੍ਰੋਨ ਫਰੋਮ ਐਕਸਟਰਨਲ ਸੋਰਸ। ਜਦ ਕਿ ਇੱਧਰ ਨॉन ਸਾਈਕਲਿਕ ਦੇ ਵਿੱਚ देयर इज़ ਰਿਕੁਆਇਰਮੈਂਟ ਆਫ ਇਲੈਕਟ੍ਰੋਨ ਫਰੋਮ ਐਕਸਟਰਨਲ ਸੋਰਸ। ਹੁਣ ਉਹ ਐਕਸਟਰਨਲ ਸੋਰਸ ਕਿਹੜਾ ਹੈ ਅਸੀਂ ਕਰ ਚੁੱਕੇ ਹਾਂ, ਦੇਖੋ ਫੋਟੋਲਾਈਸਿਸ ਆਫ ਵਾਟਰ। ਸੋ ਅਸੀਂ ਇੱਕ ਹੋਰ ਡਿਫਰੈਂਸ ਬਣਾ ਸਕਦੇ ਹਾਂ, ਅਸੀਂ ਇੱਥੇ ਲਿਖ ਸਕਦੇ ਹਾਂ no photolysis of water occurs
ਫੋਟੋਲਾਈਸਿਸ ਆਫ ਵਾਟਰ ਟੇਕਸ ਪਲੇਸ, ਚਾਹੀਦੇ ਹੀ ਨਹੀਂ ਕਿਉਂਕਿ ਫੋਟੋਲਾਈਸਿਸ ਆਫ ਵਾਟਰ ਤਾਂ ਚਾਹੀਦੀ ਹੈ ਨਾ ਜੇ ਆਪਾਂ ਇਲੈਕਟ੍ਰੋਨ ਪੂਰੇ ਕਰਾਣੇ। ਇੱਥੇ ਸਾਈਕਲਿਕ ਦੇ ਵਿੱਚ ਤਾਂ ਇਲੈਕਟ੍ਰੋਨ ਆਪੇ ਐਕਸਾਈਟ ਹੋ ਕੇ ਫਿਰ ਦੁਬਾਰਾ ਤੋਂ ਵਾਪਸ ਆਪੇ ਹੀ ਆ ਜਾਂਦੇ ਕਿਉਂਕਿ ਸਾਈਕਲਿਕ ਪ੍ਰੋਸੈਸ ਹੈ। ਇੱਥੇ ਕੀ ਹੈ, ਫੋਟੋਲਾਈਸਿਸ ਆਫ ਵਾਟਰ ਹੁੰਦਾ, ਫੋਟੋਲਾਈਸਿਸ ਆਫ ਵਾਟਰ ਟੇਕਸ ਪਲੇਸ। ਠੀਕ ਹੈ ਜੀ, 3 ਡਿਫਰੈਂਸਿਸ ਹੋ ਗਏ। ਉਸ ਤੋਂ ਬਾਅਦ ਤੁਸੀਂ ਕੀ ਦੇਖਿਆ, ਫੋਟੋਸਿਸ ਜਿਹੜਾ ਹੁਣ ਅਸੀਂ ਸਾਈਕਲਿਕ ਕਰਕੇ ਆਏ ਇਹਦੇ 'ਚ ਸਿਰਫ ਓਨਲੀ ATP is synthesized, ATP is synthesized, whereas ਜਿਹੜਾ ਨੌਨ ਸਾਈਕਲਿਕ ਪ੍ਰੋਸੈਸ ਹੈ ਉਹਦੇ 'ਚ ATP ਵੀ ਬਣਿਆ, ਉਹਦੇ 'ਚ NADPH ਇਹ ਦੋਨੋਂ ਹੀ ਕੀ ਹੋਏ ਹੈ ਫਾਰਮਸ ਜਾਂ ਸਿੰਥੇਸਾਈਜ਼ਸ। ਠੀਕ ਹੈ ਜੀ, ਸਾਈਕਲਿਕ ਦੇ ਵਿੱਚ ਕੱਲਾ ATP ਬਣਿਆ ਸੀ, ਹੁਣੇ ਦੇਖ ਕੇ ਆਏ ਸੀ ਕੱਲਾ ATP ਬਣਦਾ, ਜਦਕਿ ਨੌਨ ਸਾਈਕਲਿਕ ਦੇ ਵਿੱਚ ATP ਵੀ ਬਣਦਾ ਅਤੇ NADPH ਵੀ ਫਾਰਮ ਹੁੰਦਾ ਹੈ। ਠੀਕ ਹੈ ਜੀ, 4 ਮੇਜਰ ਡਿਫਰੈਂਸਿਸ ਆ ਗਏ। ਇੱਕ ਹੋਰ ਅਸੀਂ ਮੇਜਰ ਡਿਫਰੈਂਸ ਕਰਾਂਗੇ, ਇੱਕ ਮੇਜਰ ਡਿਫਰੈਂਸ ਅਸੀਂ ਹੋਰ ਕਰਾਂਗੇ। ਅਸੀਂ ਸਟਾਰਟਿੰਗ 'ਚ ਲਿਖਿਆ ਸੀ ਕਿ ਜਿਹੜੀ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਹੈ ਟੇਕਸ ਪਲੇਸ ਇਨ ਸਟ੍ਰੋਮਲ ਲੈਮਿਲੀ, ਰਾਈਟ, ਵੇਅਰ ਐਜ਼ ਜਿਹੜੀ ਨੌਨ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਹੈ ਕਿੱਥੋਂ ਦੀ, ਥਾਈਲੇਕੋਇਡ ਦੀ ਮੈਂਬਰੇਨ 'ਚ। ਸੋ ਇਹ ਵੀ ਇੱਕ ਡਿਫਰੈਂਸ ਬਣ ਜਾਏਗਾ ਕਿ ਜਿਹੜੀ ਸਾਈਕਲਿਕ ਹੈ ਅਸੀਂ ਐਂਡ 'ਚ ਲਿਖਦੇ ਨੇ 5th ਡਿਫਰੈਂਸ, ਟੇਕਸ ਪਲੇਸ ਇਨ ਸਟ੍ਰੋਮਾ ਲੈਮਿਲੀ, ਵੇਅਰ ਐਜ਼ ਜਿਹੜੀ ਨੌਨ ਸਾਈਕਲਿਕ ਹੈ ਟੇਕਸ ਪਲੇਸ ਇਨ ਥਾਈਲੇਕੋਇਡ ਮੈਂਬਰੇਨ, ਰਾਈਟ। ਸੋ ਇਹ ਹੋ ਗਏ ਸਾਡੇ ਕੋਲ ਮੇਜਰ 5 ਡਿਫਰੈਂਸਿਸ ਬਿਟਵੀਨ ਸਾਈਕਲਿਕ ਐਂਡ ਨੌਨ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ, ਰਾਈਟ। ਹੋਰ ਵੀ ਡਿਫਰੈਂਸਿਸ ਹੋਣਗੇ ਬਟ ਦੀਜ਼ ਆਰ ਦ ਮੇਜਰ, ਰਾਈਟ। ਸੋ ਇੱਥੇ ਸਾਡਾ ਟੌਪਿਕ ਫਿਨਿਸ਼ ਹੁੰਦਾ ਹੈ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ and difference between cyclic and non-cyclic photophosphorylation.